सत श्री अकाल दोस्तों, वेलकम टू डोर स्टैप एजुकेशन पॉइंट। उम्मीद मैं यही करूँगा तुसी सब बहुत ही वधिया होने आ। CDP ਦੀ ਇਹ 4th ਵੀਡੀਓ ਹੈਗੀ ਆ ਜਿਹਦੇ ਵਿੱਚ ਅੱਜ ਦੀ ਕਲਾਸ ਵਿੱਚ ਆਪਾਂ ਬਾਲ ਵਿਕਾਸ ਦੇ ਪੜਾਅ ਸਟੇਜਸ ਆਫ ਚਾਈਲਡ ਡਿਵੈਲਪਮੈਂਟ ਨੂੰ ਡਿਸਕਸ ਕਰਾਂਗੇ। ਬਹੁਤ ਹੀ ਵਧੀਆ ਤਰੀਕੇ ਨਾਲ ਇਹ ਟੌਪਿਕ ਤੁਹਾਡੇ PSTET CTET ਈਵਨ ਕੋਈ ਵੀ ਟੀਚਿੰਗ ਐਗਜ਼ਾਮ ਜੇ ਤੁਸੀਂ ਦਿੰਨੇ ਹੋ ਸਾਰੀਆਂ ਹੀ ਕਲਾਸਿਸ ਦੇ ਲਈ ਸਾਰੇ ਹੀ ਐਗਜ਼ਾਮਸ ਦੇ ਲਈ ਇਹ ਵੀਡੀਓ ਤੁਹਾਡੇ ਲਈ ਇੰਪੋਰਟੈਂਟ ਹੈ। ਸੋ ਇਸ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ। ਗੱਲ ਕਰ ਰਹੇ ਹਾਂ ਬਾਲ ਵਿਕਾਸ ਦੇ ਪੜਾਅ ਦੀ ਐਂਡ ਕਾਫੀ ਵਾਰ ਸਾਥੀ ਪੁੱਛਦੇ ਹੁੰਦੇ ਨੇ ਕਿ ਸਰ ਇਹ ਜਿਹੜੀਆਂ ਵੀਡੀਓਜ਼ ਨੇ ਕਲਾਸਿਸ ਨੇ ਕੀ ਇਹ ਸਿਰਫ ਪੇਪਰ 1 ਜਾਂ ਫਿਰ ਪੇਪਰ 2 ਲਈ ਨੇ। ਸੋ ਇੱਥੇ ਲਿਖਿਆ ਵੀ ਹੋਇਆ ਕਿ ਪੇਪਰ 1 ਐਂਡ ਪੇਪਰ 2 ਦੋਨੋਂ ਕਲਾਸਿਸ ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟਸ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਆ ਕਿਉਂਕਿ CDP ਦਾ ਜਿਹੜਾ ਸੈਕਸ਼ਨ ਹੁੰਦਾ ਹੈ ਉਹ ਕਾਮਨ ਹੁੰਦਾ ਹੈ। ਗੱਲ ਕਰ ਰਹੇ ਹਾਂ ਚਾਈਲਡ ਡਿਵੈਲਪਮੈਂਟ ਦੀ, ਬਾਲ ਵਿਕਾਸ ਦੀ, ਕਿ ਜਿਹੜੇ ਬੱਚੇ ਹੁੰਦੇ ਨੇ ਉਹ ਵਿਕਾਸ ਕਰਦੇ ਨੇ ਕਿਸੇ ਕ੍ਰਮ ਦੇ ਵਿੱਚ, ਕਿਸੇ ਸੀਕੁਐਂਸ ਦੇ ਵਿੱਚ। ਉਹ ਜਿਹੜਾ ਸੀਕੁਐਂਸ ਹੁੰਦਾ ਹੈ, ਸਟੇਜਸ ਹੁੰਦੇ ਨੇ, ਪੜਾਅ ਹੁੰਦੇ ਨੇ, ਹਰੇਕ ਪੜਾਅ ਦੇ ਕੁਝ ਵਿਸ਼ੇਸ਼ਤਾਵਾਂ ਜਿਹੜੀਆਂ ਹੁੰਦੀਆਂ ਨੇ ਬੱਚਿਆਂ ਦੇ ਵਿੱਚ ਵਿਕਾਸ ਕਰਨ ਲੱਗਿਆਂ ਉਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਐਂਡ ਇਸ ਸਟੇਜਸ ਦੇ ਵਿੱਚ ਜਿਹੜੇ ਕਰੈਕਟਰਿਸਟਿਕਸ ਹੁੰਦੇ ਨੇ, ਕਹਿ ਸਕਦੇ ਹਾਂ ਕਿ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਇਸ ਤੋਂ ਸੰਬੰਧਿਤ ਹੀ ਤੁਹਾਡੇ ਤੋਂ ਐਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛ ਲਏ ਜਾਂਦੇ ਆ। ਜਿਵੇਂ ਪਹਿਲੇ ਪੁਆਇੰਟ ਵਿੱਚ ਆਪਾਂ ਗੱਲ ਕਰ ਰਹੇ ਹਾਂ ਸਟੇਜਸ ਆਫ ਚਾਈਲਡ ਡਿਵੈਲਪਮੈਂਟ ਦੀ ਕਿ ਚਾਈਲਡ ਡਿਵੈਲਪਮੈਂਟ ਕਵਰ ਫਿਜ਼ੀਕਲ, ਮੈਂਟਲ, ਇਮੋਸ਼ਨਲ ਐਂਡ ਵਰਬਲ ਗਰੋਥ। ਕਿ ਬੱਚੇ ਦਾ ਜਿਹੜਾ ਵਿਕਾਸ ਹੁੰਦਾ ਹੈ ਉਹਦੇ ਵਿੱਚ ਸਿਰਫ ਗਰੋਥ ਨੂੰ ਆਪਾਂ ਨਹੀਂ ਵੇਖਦੇ ਕਿ ਬੱਚੇ ਦਾ ਵਾਧਾ ਹੋ ਰਿਹਾ, ਬੱਚੇ ਦੀ ਹਾਈਟ ਵੱਧ ਗਈ, ਬੱਚੇ ਦੇ ਹੇਅਰ ਵੱਧ ਗਏ, ਬੱਚੇ ਦੇ ਕਹਿ ਲਓ ਕਿ ਜਿਹੜਾ ਭਾਰ ਸੀਗਾ ਉਹ ਵੱਧ ਗਿਆ। ਸਿਰਫ ਆਪਾਂ ਉਹ ਗਰੋਥ ਨਹੀਂ ਵੇਖਦੇ, ਫਿਜ਼ੀਕਲ ਡਿਵੈਲਪਮੈਂਟ ਸਰੀਰਕ ਵਿਕਾਸ ਦੇ ਨਾਲ ਨਾਲ ਬੱਚੇ ਦਾ ਜਿਹੜਾ ਮਾਨਸਿਕ ਵਿਕਾਸ ਜਿਹੜਾ ਹੈਗਾ ਆ, ਮਾਨਸਿਕ ਦੇ ਨਾਲ ਨਾਲ ਬੱਚੇ ਦਾ ਜਿਹੜਾ ਭਾਵਨਾਤਮਕ ਵਿਕਾਸ ਹੈਗਾ ਜੀ ਤੇ ਮੌਖਿਕ ਵਿਕਾਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਵਰ ਕਰਕੇ ਚੱਲਦੇ ਹਾਂ ਚਾਈਲਡ ਡਿਵੈਲਪਮੈਂਟ ਦੇ ਵਿੱਚ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬੱਚੇ ਦਾ ਜਿਹੜਾ ਵਿਕਾਸ ਹੈ ਇਹ ਕਦੋਂ ਤੋਂ ਸਟਾਰਟ ਹੋ ਜਾਂਦਾ, ਜਦੋਂ ਬੱਚੇ ਨੇ ਜਨਮ ਲੈ ਲਿਆ। ਬੱਚੇ ਦੇ ਜਨਮ ਲੈਣ ਤੋਂ ਬਾਅਦ ਜਦੋਂ ਤੱਕ ਬੱਚਾ ਮਰ ਨਹੀਂ ਜਾਂਦਾ, ਇੱਥੇ ਤਾਂ ਇਹਨਾਂ ਨੇ ਅਡਲਟਹੁੱਡ ਲਿਖਿਆ ਹੋਇਆ, ਬਟ ਜਦੋਂ ਤੱਕ ਬੱਚਾ ਮਰ ਨਹੀਂ ਜਾਂਦਾ, ਵੰਬ ਟੂ ਟੌਂਬ ਤੱਕ ਦੀ ਪ੍ਰਕਿਰਿਆ ਹੁੰਦੀ ਹੈ, ਉਦੋਂ ਤੱਕ ਜਿਹੜਾ ਵਿਕਾਸ ਹੈਗਾ ਜੀ ਚੱਲਦਾ ਰਹਿੰਦਾ। ਭਾਵ ਇਹ ਕਿ ਸਾਰੀ ਉਮਰ ਹੀ ਜਿਹੜਾ ਵਿਕਾਸ ਹੈਗਾ ਜੀ ਉਹ ਹੁੰਦਾ ਰਹਿੰਦਾ ਆ। ਅੱਗੇ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਸਾਈਕੋਲੋਜਿਸਟ ਨੇ, ਮਨੋਵਿਗਿਆਨਿਕ ਨੇ, ਮਨੋਵਿਗਿਆਨੀਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਵੱਖਰੇ ਵੱਖਰੇ ਮਨੋਵਿਗਿਆਨੀ ਵੇਖਣ ਨੂੰ ਮਿਲਦੇ ਨੇ। ਉਹਨਾਂ ਦੁਆਰਾ ਜਿਹੜੇ ਸਟੇਜਸ ਦਿੱਤੀਆਂ ਗਈਆਂ ਨੇ, ਕਿਉਂਕਿ ਵੱਖਰੇ ਵੱਖਰੇ ਮਨੋਵਿਗਿਆਨੀ ਹੋਣਗੇ ਤੇ ਉਹਨਾਂ ਦੇ ਜਿਹੜੇ ਵਿਚਾਰ ਹੋਣਗੇ ਉਹ ਕੀ ਹੋਣਗੇ ਜੀ, ਕੰਟਰਾਡਿਕਟ ਕਰਨਗੇ, ਨਹੀਂ ਮਿਲਣਗੇ ਇੱਕ ਦੂਜੇ ਨਾਲ। ਸੋ ਵੱਖਰੇ ਵੱਖਰੇ ਜਿਹੜੇ ਮਨੋਵਿਗਿਆਨੀ ਨੇ ਜੀ ਉਹਨਾਂ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਥਿਊਰੀਜ਼ ਦਿੱਤੀਆਂ ਹੋਈਆਂ ਨੇ। ਬਟ ਆਪਾਂ ਜਨਰਲ ਗੱਲ ਕਰਾਂਗੇ ਕਿ ਜਨਰਲੀ ਆਮ ਤੌਰ ਤੇ ਜਿਹੜੇ ਬੱਚਿਆਂ ਦਾ ਵਿਕਾਸ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਉਹ ਕਿਹੜੇ ਸੀਕੁਐਂਸ ਵਿੱਚ ਵੇਖਣ ਨੂੰ ਮਿਲਦਾ ਹੈ। ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਸਟੇਜਸ ਤੁਹਾਨੂੰ ਕਿਹੜੀਆਂ ਕਿਹੜੀਆਂ ਵੇਖਣ ਨੂੰ ਮਿਲਦੀਆਂ ਨੇ। ਪਹਿਲੀ ਸਟੇਜ ਨੂੰ ਤੁਸੀਂ ਇਨਫੈਂਸੀ ਪੀਰੀਅਡ ਕਹਿੰਦੇ ਹੋ, ਇਨਫੈਂਸੀ ਜਾਂ ਫਿਰ ਸ਼ਿਸ਼ੂ ਕਾਲ ਕਹਿ ਦਿੰਦੇ ਹੋ। ਦੂਸਰੀ ਸਟੇਜ ਨੂੰ ਤੁਸੀਂ ਚਾਈਲਡਹੁੱਡ ਪੀਰੀਅਡ ਜਾਂ ਫਿਰ ਬਾਲ ਅਵਸਥਾ ਕਹਿੰਦੇ ਹੋ। ਬਾਲ ਅਵਸਥਾ ਦੇ ਵਿੱਚ ਤੁਹਾਨੂੰ 2 ਸਟੇਜਸ ਵੇਖਣ ਨੂੰ ਮਿਲਦੀਆਂ ਨੇ, ਇਹ ਕਾਫੀ ਇੰਪੋਰਟੈਂਟ ਹੈਗੀਆਂ ਨੇ ਜੀ ਸਟੇਜਸ। ਸਟੇਜ 2 ਦੇ ਵਿੱਚ ਤੁਹਾਨੂੰ 2 ਸਟੇਜਸ ਵੇਖਣ ਨੂੰ ਮਿਲਦੀਆਂ ਨੇ। ਪਹਿਲੀ ਹੈਗੀ ਹੈ ਜੀ ਮੁੱਢਲੀ ਬਾਲ ਅਵਸਥਾ, ਅਰਲੀ ਚਾਈਲਡਹੁੱਡ ਪੀਰੀਅਡ ਕਹਿੰਦੇ ਹੋ। ਦੂਸਰੇ ਨੰਬਰ ਦੀ ਹੀ ਮੈਂ ਗੱਲ ਕਰ ਰਿਹਾ ਕਿਉਂਕਿ ਇਹ ਜਿਹੜੀ ਚਾਈਲਡਹੁੱਡ ਬਾਲ ਅਵਸਥਾ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜੀ ਦੂਜੀ ਹੈਗੀ ਹੈ, ਪਹਿਲੀ ਤਾਂ ਮੁੱਢਲੀ ਬਾਲ ਅਵਸਥਾ ਸੀਗੀ, ਦੂਸਰੇ ਨੰਬਰ ਤੇ ਇੱਥੇ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਪਿਛਲੀ ਬਾਲ ਅਵਸਥਾ, ਲੇਟ ਚਾਈਲਡਹੁੱਡ ਪੀਰੀਅਡ। ਆਪਾਂ ਉਮਰ ਵੀ ਵੇਖਾਂਗੇ ਕਿ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਅਵਸਥਾਵਾਂ ਵੇਖਣ ਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਤੀਸਰੇ ਨੰਬਰ ਤੇ ਅਡੋਲਸੈਂਸ, ਕਿਸ਼ੋਰ ਅਵਸਥਾ ਜਿਹਨੂੰ ਤੁਸੀਂ ਕਹਿੰਦੇ ਹੋ, ਇਹ ਸਟੇਜ 3rd ਹੈਗੀ ਹੈ। ਅਡੋਲਸੈਂਸ ਏਜ ਤੋਂ ਬਾਅਦ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਅਡਲਟਹੁੱਡ, ਜਿਹਨੂੰ ਤੁਸੀਂ ਬਾਲਗਤਾ ਕਹਿੰਦੇ ਹੋ। ਐਂਡ ਬਾਲਗਤਾ ਨੂੰ ਅੱਗੇ ਆਪਾਂ ਕੁਝ ਫਰਦਰ ਡਿਵਾਈਡ ਕਰਦੇ ਹੈਗੇ ਆ ਜੀ, ਇਹਨਾਂ ਦੀਆਂ ਵੀ ਕੁਝ ਸਬ ਡਿਵੀਜ਼ਨਸ ਹੈਗੀਆਂ ਨੇ ਬਟ ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ। ਤੁਸੀਂ ਜਸਟ ਇੰਨੀ ਗੱਲ ਕਲੀਅਰ ਕਰਨੀ ਹੈ, ਐਡੋਲਸੈਂਸ ਪੀਰੀਅਡ, ਲੇਟ ਚਾਈਲਡਹੁੱਡ ਪੀਰੀਅਡ, ਅਰਲੀ ਚਾਈਲਡਹੁੱਡ ਪੀਰੀਅਡ,
ਐਂਡ ਇਸ ਤੋਂ ਬਾਅਦ ਆਪਾਂ ਇਨਫੈਂਸੀ ਪੀਰੀਅਡ। ਸਭ ਤੋਂ ਪਹਿਲਾਂ ਤੋਂ ਸ਼ੁਰੂਆਤ ਕਰਦੇ ਹਾਂ ਇਨਫੈਂਸੀ ਪੀਰੀਅਡ ਵਿੱਚ ਬੱਚੇ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ਐਂਡ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ, ਇਹਦੀ ਗੱਲ ਆਪਾਂ ਕਰ ਲੈਂਦੇ ਹਾਂ। ਜਿਵੇਂ ਇੱਥੇ ਇਹਨਾਂ ਨੇ ਦੱਸਿਆ ਹੋਇਆ, ਪਹਿਲਾਂ ਤਾਂ ਤੁਸੀਂ ਏਜ ਯਾਦ ਕਰ ਲੈਣੀ ਆ ਕਿ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਦੇ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਵਿੱਚ ਤੁਹਾਨੂੰ ਇਨਫੈਂਸੀ ਜਾਂ ਫਿਰ ਕਹਿ ਸਕਦੇ ਆ ਕਿ ਇਨਫੈਂਸੀ ਕਾਲ ਤੁਸੀਂ ਕਿਹੜੇ ਏਜ ਦੇ ਬੱਚਿਆਂ ਨੂੰ ਕਹਿੰਦੇ ਹੋ। ਸੋ ਇੱਥੇ ਇਹਨਾਂ ਨੇ ਦੱਸਿਆ ਹੋਇਆ ਕਿ ਇਨਫੈਂਸੀ ਆਪਾਂ ਕਿਹਨੂੰ ਕਹਿੰਦੇ ਆ ਜੀ, ਇਨਫੈਂਸੀ ਇਜ਼ ਦਾ ਫਰਸਟ ਸਟੇਜ ਆਫ ਗਰੋਥ, ਕਿ ਵਾਧੇ ਦੀ ਜਾਂ ਫਿਰ ਵਿਕਾਸ ਦੀ ਜਿਹੜੀ ਪਹਿਲੀ ਸਟੇਜ ਹੁੰਦੀ ਹੈ ਨਾ ਉਹਨੂੰ ਤੁਸੀਂ ਇਨਫੈਂਸੀ ਪੀਰੀਅਡ ਕਹਿੰਦੇ ਹੋ। ਇਸ ਤੋਂ ਪਹਿਲਾਂ ਵੈਸੇ ਪ੍ਰੀ ਨੈਟਲ ਪੋਸਟ ਨੈਟਲ ਵੀ ਹੁੰਦੀਆਂ ਨੇ। ਪ੍ਰੀ ਨੈਟਲ ਦੇ ਵਿੱਚ ਜਦੋਂ ਬੱਚੇ ਦਾ ਜਨਮ ਨਹੀਂ ਹੋਇਆ ਹੁੰਦਾ, ਬੱਚਾ ਆਪਦੇ ਮਾਂ ਦੇ ਢਿੱਡ ਵਿੱਚ ਹੁੰਦਾ ਹੈ, ਉਹਨੂੰ ਤੁਸੀਂ ਪ੍ਰੀ ਨੈਟਲ ਕਹਿ ਦਿੰਦੇ ਹੋ। ਤੇ ਹੁਣ ਵਾਲੀਆਂ ਜਿਹੜੀਆਂ ਸਟੇਜਸ ਨੇ ਜੀ ਇਹਨਾਂ ਨੂੰ ਤੁਸੀਂ ਪੋਸਟ ਨੈਟਲ ਕਹਿ ਦਿੰਦੇ ਹੋ। ਸੋ ਪੋਸਟ ਨੈਟਲ ਦੇ ਵਿੱਚ ਪਹਿਲੀ ਸਟੇਜ ਨੂੰ ਤੁਸੀਂ ਇਨਫੈਂਸੀ ਪੀਰੀਅਡ ਕਹਿੰਦੇ ਹੋ ਤੇ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਜਨਮ ਤੋਂ ਲੈ ਕੇ 2 ਸਾਲਾਂ ਤੱਕ ਦੇ ਵਿੱਚ ਹੁੰਦਾ ਹੈ। ਜਨਮ ਤੋਂ ਲੈ ਕੇ 2 ਸਾਲਾਂ ਤੱਕ ਦੇ ਬੱਚਿਆਂ ਵਿੱਚ ਤੁਹਾਨੂੰ ਇਨਫੈਂਸੀ ਪੀਰੀਅਡ ਕਹਿ ਸਕਦੇ ਹਾਂ ਕਿ ਇਹ ਵੇਖਣ ਨੂੰ ਮਿਲਦਾ ਹੈ। ਸ਼ਿਸ਼ੂ ਕਾਲ ਵਿਕਾਸ ਦਾ ਪਹਿਲਾ ਪੜਾਅ ਹੈ ਜਨਮ ਤੋਂ ਲੈ ਕੇ 2 ਸਾਲ ਤੱਕ ਦੀ ਉਮਰ ਤੱਕ। ਇੱਥੇ ਹੀ ਐਰਿਕ ਐਰਿਕਸਨ ਦੀ ਵੀ ਥਿਊਰੀ ਹੈਗੀ ਆ, ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਆ ਕਿ ਇਸ ਸਟੇਜ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਆਪਦੇ ਮਾਪਿਓ ਦੇ ਉੱਤੇ ਡਿਪੈਂਡ ਕਰਦੇ ਨੇ। ਭਾਵ ਇਹ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਆਪਣੇ ਆਪ ਤਾਂ ਰੋਟੀ ਖਾ ਨਹੀਂ ਸਕਦੇ, ਉਹਨਾਂ ਦੀਆਂ ਜਿਹੜੀਆਂ ਮਾਵਾਂ ਹੋਣਗੀਆਂ ਦੁੱਧ ਪਿਆਉਣਗੀਆਂ, ਜਾਂ ਫਿਰ ਕਹਿ ਸਕਦੇ ਹਾਂ ਕਿ ਬੱਚਿਆਂ ਦਾ ਜਿਹੜਾ ਖਾਣਾ ਹੁੰਦਾ ਆ ਉਹ ਖਵਾਉਣ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ, ਘਰਦਿਆਂ ਦੀ ਹੁੰਦੀ ਹੈ। ਸੋ ਬੱਚੇ ਕੰਪਲੀਟਲੀ ਨਿਰਭਰ ਹੁੰਦੇ ਨੇ ਆਪਦੇ ਮਾਪਿਓ ਤੇ, ਆਪਦੇ ਪੇਰੈਂਟਸ ਤੇ। ਐਂਡ ਇਸ ਸਟੇਜ ਦੇ ਵਿੱਚ ਬੱਚਿਆਂ ਨੂੰ ਬਹੁਤ ਹੀ ਕੇਅਰ ਦੀ, ਪਿਆਰ ਦੀ ਜ਼ਰੂਰਤ ਹੁੰਦੀ ਹੈ। ਤੇ ਇਸ ਸਟੇਜ ਦੇ ਵਿੱਚ ਬੱਚੇ ਜਿਹੜੇ ਗਰੋਥ ਕਰਦੇ ਨੇ, ਮੇਨਲੀ ਜਿਹੜੀ ਗਰੋਥ ਹੈਗੀ ਆ ਜੀ ਉਹਨਾਂ ਦੀ ਸਾਈਜ਼ ਵਿੱਚ ਵਾਧਾ ਹੁੰਦਾ ਹੈ, ਉਹਨਾਂ ਦੀ ਸ਼ੇਪ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ weight ਹੁੰਦਾ ਹੈ, ਬੱਚਿਆਂ ਦਾ ਭਾਰ ਹੁੰਦਾ ਹੈ ਜੀ, ਇਹ ਵੀ ਵਾਧਾ ਹੈ। ਐਂਡ ਇਸ ਦੇ ਨਾਲ ਨਾਲ ਬੱਚੇ ਹੋਰ ਕੀ ਸਿੱਖਦੇ ਨੇ ਜੀ ਇਸ ਸਟੇਜ ਦੇ ਵਿੱਚ, ਇਨਫੈਂਸੀ ਸਟੇਜ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਬੱਚੇ ਬੈਠਣਾ ਸਿੱਖਦੇ ਨੇ। ਬੈਠਣ ਦੇ ਨਾਲ ਨਾਲ ਖੜਨਾ ਕਿਵੇਂ ਹੈ, ਕੰਪਲੀਟਲੀ ਤਾਂ ਨਹੀਂ ਬਟ ਉਹ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਸਿੱਖਦੇ ਨੇ। ਆਪਦਾ ਜਿਹੜਾ ਸਿਰ ਹੈਗਾ ਜੀ ਉਹ ਸਿੱਧਾ ਕਿਵੇਂ ਕਰਨਾ ਆ, ਨਿਆਣੇ ਬੈਠਣ, ਖੜੇ ਹੋਣ ਅਤੇ ਸਿਰ ਨੂੰ ਸਿੱਧਾ ਕਰਨ ਦੀ ਸਮਰੱਥਾ ਵਿਕਸਿਤ ਕਰਦੇ ਨੇ। ਬਾਏ ਦਾ ਏਜ ਆਫ 6 ਮੰਥ, ਜਦੋਂ ਉਹ 6 ਮਹੀਨਿਆਂ ਦੇ ਹੋ ਜਾਂਦੇ ਨੇ, 6 ਮਹੀਨਿਆਂ ਦੀ ਉਮਰ ਦੇ ਵਿੱਚ ਬੱਚੇ ਬੈਠਣਾ ਸਟਾਰਟ ਕਰ ਦਿੰਦੇ ਨੇ। ਐਂਡ ਜਦੋਂ ਉਹ 1 ਸਾਲ ਦੇ ਹੋ ਜਾਂਦੇ ਨੇ ਉਹ ਕੋਸ਼ਿਸ਼ ਕਰਦੇ ਨੇ ਤੁਰਨ ਦੀ, ਤੁਰਨਾ ਸਟਾਰਟ ਕਰ ਦਿੰਦੇ ਨੇ, ਖੜੇ ਹੋਣਾ ਸਟਾਰਟ ਕਰ ਦਿੰਦੇ ਆ, ਮਤਲਬ ਸ਼ੁਰੂਆਤ ਕਰ ਦਿੰਦੇ ਆ ਇਹਨਾਂ ਚੀਜ਼ਾਂ ਦੀ। ਐਂਡ ਇਸ ਸਟੇਜ ਦੇ ਵਿੱਚ ਹੀ ਉਹ ਆਪਦੇ ਫੈਮਿਲੀ ਮੈਂਬਰਸ ਨੂੰ, ਆਪਦੇ ਮੰਮੀ ਪਾਪਾ ਨੂੰ ਕੀ ਕਰਦੇ ਨੇ ਜੀ, ਪਛਾਣਨਾ ਸ਼ੁਰੂ ਕਰ ਦਿੰਦੇ ਆ, ਰਿਕੋਗਨਾਈਜ਼ ਕਰਨਾ ਸਟਾਰਟ ਕਰ ਦਿੰਦੇ ਆ। ਜਿਹੜੇ ਵੀ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਮਾਪਿਓ ਨੇ, ਉਹਨਾਂ ਦੇ ਘਰ ਦੇ ਨੇ, ਉਹਨਾਂ ਦੇ ਫੈਮਿਲੀ ਮੈਂਬਰਸ ਹੈਗੇ ਨੇ। ਇਹ ਗੱਲ ਸੀਗੀ ਜੀ ਇਨਫੈਂਸੀ ਪੀਰੀਅਡ ਦੀ। ਇਨਫੈਂਸੀ ਪੀਰੀਅਡ ਤੁਹਾਨੂੰ ਜਨਮ ਤੋਂ ਲੈ ਕੇ 2 ਸਾਲਾਂ ਤੱਕ ਦੇ ਵਿੱਚ ਦਾ ਸਮਾਂ ਵੇਖਣ ਨੂੰ ਮਿਲਦਾ ਹੈਗਾ ਆ ਬੱਚਿਆਂ ਦੇ ਵਿੱਚ। ਇਸ ਤੋਂ ਬਾਅਦ ਵਾਲਾ ਜਿਹੜਾ ਸਮਾਂ ਆਉਂਦਾ ਆ 3 ਸਾਲ ਤੋਂ ਲੈ ਕੇ 11 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਵਿੱਚ ਤੁਹਾਨੂੰ ਚਾਈਲਡਹੁੱਡ ਪੀਰੀਅਡ ਜਾਂ ਫਿਰ ਬਾਲ ਅਵਸਥਾ ਵੇਖਣ ਨੂੰ ਮਿਲਦੀ ਹੈ। ਐਂਡ ਇਹਦੇ ਵਿੱਚ ਵੀ ਇਸ ਸਟੇਜ ਨੂੰ ਵੀ ਆਪਾਂ ਅੱਗੇ 2 ਭਾਗਾਂ ਵਿੱਚ ਵੰਡਦੇ ਹਾਂ। ਇੰਨਾ ਤੁਸੀਂ ਯਾਦ ਕਰ ਲਿਓ, ਚਾਈਲਡਹੁੱਡ ਪੀਰੀਅਡ ਨੂੰ ਆਪਾਂ 2 ਭਾਗਾਂ ਵਿੱਚ ਵੰਡਦੇ ਹਾਂ ਤੇ ਜਨਰਲੀ ਚਾਈਲਡਹੁੱਡ ਪੀਰੀਅਡ ਨੂੰ ਤੁਸੀਂ 3 ਸਾਲ ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਦਾ ਜਿਹੜਾ ਵਿਕਾਸ ਹੁੰਦਾ ਹੈ ਉਹਨੂੰ ਤੁਸੀਂ ਚਾਈਲਡਹੁੱਡ ਜਾਂ ਫਿਰ ਬਾਲ ਅਵਸਥਾ ਦਾ ਕਾਲ ਕਹਿੰਦੇ ਹੋ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ अर्ਲੀ ਚਾਈਲਡਹੁੱਡ ਪੀਰੀਅਡ, ਮੁੱਢਲੀ ਬਾਲ ਅਵਸਥਾ। ਟਾਈਮ ਯਾਦ ਕਰ ਲਓ ਕਿ 2 ਸਾਲ ਤੋਂ ਲੈ ਕੇ 6 ਸਾਲ ਦੇ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਵਿੱਚ ਵਾਲਾ ਜਿਹੜਾ ਸਮਾਂ ਹੋਊਗਾ ਉਹਨਾਂ ਦੇ ਵਿੱਚ ਇਹ ਜਿਹੜਾ ਵਿਕਾਸ ਹੁੰਦਾ ਹੈ ਤੁਹਾਨੂੰ ਵੇਖਣ ਨੂੰ ਮਿਲੇਗਾ। ਐਂਡ ਇਸ ਸਟੇਜ ਨੂੰ ਤੁਸੀਂ, ਇਸ ਏਜ ਨੂੰ ਤੁਸੀਂ ਟॉय ਏਜ ਵੀ ਕਹਿੰਦੇ ਹੋ। ਇਸ ਪੜਾਅ ਨੂੰ ਖਿਡੌਣੇ ਦੀ ਉਮਰ ਵਜੋਂ ਵੀ ਜਾਣਿਆ ਜਾਂਦਾ ਹੈ। ਚਿਲਡਰਨ ਇਨ अर्ਲੀ ਚਾਈਲਡਹੁੱਡ ਬਿਕਮ ਮੋਰ ਇੰਡੀਪੈਂਡੈਂਟ ਐਂਡ ਟੇਕ ਕੇਅਰ ਆਫ देयर ਓਨ ਬੋਡੀਜ਼, ਕਿ ਇਸ ਉਮਰ ਦੇ ਵਿੱਚ ਆ ਕੇ ਬੱਚੇ ਆਪਦੇ ਸਰੀਰ ਦਾ ਧਿਆਨ ਖੁਦ ਰੱਖਣਾ ਸਟਾਰਟ ਕਰ ਦਿੰਦੇ ਆ। ਬੱਚੇ ਥੋੜੇ ਜਿਹੇ ਸੁਤੰਤਰ ਹੋ ਜਾਂਦੇ ਆ। ਜਿਵੇਂ ਪਹਿਲਾਂ ਰੋਟੀ ਖਵਾਉਣ ਲਈ ਉਹ ਆਪਦੇ ਮਾਪਿਓ ਤੇ ਡਿਪੈਂਡੈਂਟ ਹੈਗੇ ਸੀਗੇ, ਬਟ ਇਸ ਸਟੇਜ ਦੇ ਵਿੱਚ ਕਹਿ ਸਕਦੇ ਆ ਕਿ ਕੁਝ ਜਿਹੜੇ ਕੰਮ ਨੇ ਜੀ ਉਹ ਖੁਦ ਹੀ ਸਟਾਰਟ ਕਰ ਦਿੰਦੇ ਆ। ਐਂਡ ਆਪਦੇ ਸਰੀਰ ਦੀ ਦੇਖਭਾਲ ਵੀ ਉਹ ਖੁਦ ਹੀ ਕਰਨਾ ਸਟਾਰਟ ਕਰਦੇ ਆ। ਦੇ ਕੈਨ ਇੰਟਰੈਕਟ ਇਫੈਕਟਿਵਲੀ ਵਿਦ ਅਦਰਸ, ਕਿ ਇਸ ਸਟੇਜ ਦੇ ਵਿੱਚ ਉਹ ਦੂਸਰਿਆਂ ਨਾਲ ਗੱਲਬਾਤ ਕਰਨੀ ਵੀ ਸਟਾਰਟ ਕਰ ਦਿੰਦੇ ਆ। ਇਹ ਸੈਂਸਿਟਿਵ ਪੀਰੀਅਡ ਹੁੰਦਾ ਆ
ਭਾਸ਼ਾ ਦੇ ਵਿਕਾਸ ਦਾ ਉਹ ਦੂਜਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਤਾਂ ਕਰਦੇ ਹੀ ਹੈ ਐਂਡ ਇਸ ਦੇ ਨਾਲ ਭਾਸ਼ਾ ਦੇ ਵਿਕਾਸ ਲਈ ਇਹ ਇੱਕ ਸੰਵੇਦਨਸ਼ੀਲ ਸਮਾਂ ਹੈਗਾ ਆ, ਬੜਾ ਹੀ ਸੈਂਸਿਟਿਵ ਪੀਰੀਅਡ ਕਹਿ ਸਕਦੇ ਹਾਂ ਕਿ ਇਸ ਸਟੇਜ ਦੇ ਵਿੱਚ ਬੱਚੇ ਦਾ ਜਿਹੜਾ ਭਾਸ਼ਾ ਦਾ ਵਿਕਾਸ ਹੁੰਦਾ ਹੈ ਮੇਨਲੀ ਇਸ ਸਟੇਜ ਵਿੱਚ ਹੀ ਤੁਹਾਨੂੰ ਵੇਖਣ ਨੂੰ ਮਿਲਦਾ ਆ। ਇਸ ਸਟੇਜ ਦੇ ਵਿੱਚ ਹੀ ਜਦੋਂ ਬੱਚਿਆਂ ਦੀ ਉਮਰ 4 ਸਾਲ ਹੋ ਜਾਂਦੀ ਹੈ ਉਹ ਕਾਫੀ ਸਾਰੀਆਂ ਸਕਿੱਲਸ ਸਿੱਖ ਲੈਂਦੇ ਆ, ਜਿਵੇਂ ਕਿ ਬੈਠਣਾ ਕਿਵੇਂ ਹੈ, ਬੈਠਣ ਦੇ ਨਾਲ ਚੱਲਣਾ ਕਿਵੇਂ ਆ, ਤੁਰਨਾ ਕਿਵੇਂ ਆ, ਤੁਰਨ ਦੇ ਨਾਲ ਜਿਵੇਂ ਕਿ ਉਹਨਾਂ ਦੇ ਜਿਹੜੇ ਟਾਇਲਟਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਯੂਜ਼ ਕਰਨਾ ਆ, ਜਿਵੇਂ ਕਿ ਜਿਹੜੇ ਟਾਇਲਟਸ ਹੁੰਦੇ ਨੇ ਜਿਹਦੇ ਵਿੱਚ ਵੀ ਮੇਨਲੀ ਪੋਟੀ ਜਾਂ ਫਿਰ ਵਾਸ਼ਰੂਮ ਜਾਣ ਦਾ ਜਿਹੜਾ ਕੰਮ ਹੈਗਾ ਜੀ, ਇਹਦੇ ਵਿੱਚ ਇਹ ਪ੍ਰੋਪਰ ਤਰੀਕੇ ਨਾਲ ਸਿੱਖ ਲੈਂਦੇ ਆ ਤੇ ਯੂਟੈਂਸਿਲਸ ਜਿਹੜੇ ਹੁੰਦੇ ਨੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਆ, ਜਿਹੜੇ ਭਾਂਡਿਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਐਂਡ ਲਿਖਣ ਦੀ ਜਿਹੜੀ ਗੱਲ ਹੈਗੀ ਆ ਉਹਦੀ ਵੀ ਗੱਲ ਕੀਤੀ ਗਈ ਹੈ ਕਿ ਬੱਚੇ ਥੋੜਾ ਬਹੁਤ ਲਿਖਣਾ ਸਟਾਰਟ ਕਰ ਦਿੰਦੇ ਆ ਐਂਡ ਹੈਂਡ ਆਈ ਕੋਆਰਡੀਨੇਸ਼ਨ ਕਿ ਹੱਥ ਅਤੇ ਅੱਖਾਂ ਦਾ ਜਿਹੜਾ ਤਾਲਮੇਲ ਹੈਗਾ ਜੀ ਉਹ ਵੀ ਬਣ ਜਾਂਦਾ ਆ। ਸੋ ਇਸ ਸਟੇਜ ਦੇ ਵਿੱਚ ਹੀ ਤੁਹਾਨੂੰ ਕਿਹੜੀ ਸਟੇਜ ਦੀ ਆਪਾਂ ਗੱਲ ਕਰ ਰਹੇ ਹਾਂ, ਚਾਈਲਡਹੁੱਡ ਦੀ ਜਿਹੜੀ ਸਟੇਜ ਹੈਗੀ ਆ ਮੁੱਢਲੀ ਬਾਲ ਅਵਸਥਾ 2 ਤੋਂ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿੱਚ ਇਹ ਅਵਸਥਾ ਕਹਿ ਸਕਦੇ ਹਾਂ ਕਿ ਇਸ ਸਟੇਜ ਨੂੰ ਆਪਾਂ ਕੀ ਕਹਿੰਦੇ ਆ ਜੀ ਅਰਲੀ ਚਾਈਲਡਹੁੱਡ। ਇਹਦੀਆਂ ਵਿਸ਼ੇਸ਼ਤਾਵਾਂ ਨੂੰ ਆਪਾਂ ਸਮਝ ਰਹੇ ਹਾਂ ਤੇ ਇਸ ਸਟੇਜ ਦੇ ਵਿੱਚ ਹੀ ਦੇ ਕੈਨ ਕਮਿਊਨੀਕੇਟ ਵਿਦ ਅਦਰਸ ਐਂਡ ਸੋਲਵ ਪ੍ਰੋਬਲਮਸ ਕਿ ਇਸ ਸਟੇਜ ਦੇ ਵਿੱਚ ਹੀ ਉਹ ਦੂਸਰਿਆਂ ਨਾਲ ਗੱਲਬਾਤ ਕਰਦੇ ਆ, ਸਮੱਸਿਆਵਾਂ ਦਾ ਜਿਹੜਾ ਹੱਲ ਹੈਗਾ ਜੀ ਉਹ ਵੀ ਲੱਭਣ ਦੀ ਕੋਸ਼ਿਸ਼ ਕਰਦੇ ਆ। ਤੇ ਜਦੋਂ ਉਹਨਾਂ ਦੀ ਉਮਰ 6 ਸਾਲ ਹੋ ਜਾਂਦੀ ਹੈ ਤੇ ਕੁਝ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੇ ਮੋਸਟਲੀ ਗੱਲ ਕੀਤੀ ਹੈ ਕਿ ਮੋਸਟਲੀ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀਆਂ ਫਾਈਨ ਮੋਟਰ ਸਕਿੱਲਸ, ਹੁਣ ਤੁਸੀਂ ਪੁੱਛੋਗੇ ਕਿ ਸਰ ਫਾਈਨ ਮੋਟਰ ਸਕਿੱਲਸ ਕਿਹੜੀਆਂ ਹੁੰਦੀਆਂ ਨੇ। ਮੋਟਰ ਸਕਿੱਲ ਤਾਂ ਚਲੋ ਕਹਿ ਦਿੰਦੇ ਆ ਕਿ ਬੱਚੇ ਕੋਈ ਵੀ ਫਿਜ਼ੀਕਲ ਵਰਕ ਕਰਦੇ ਹੈਗੇ ਆ ਜਿਹਦੇ ਵਿੱਚ ਫਿਜ਼ੀਕਲ ਪਾਵਰ ਦੀ ਲੋੜ ਪੈਂਦੀ ਹੈ, ਬਟ ਇੱਥੇ ਜਦੋਂ ਵਰਡ ਆ ਗਿਆ ਫਾਈਨ ਦਾ ਮਤਲਬ ਹੈਗਾ ਕਿ ਬਰੀਕ ਜਿਹੜੇ ਕੰਮ ਨੇ, ਜਿਵੇਂ ਇਹਦੇ ਵਿੱਚ ਡਰਾਇੰਗ ਦਾ ਕੰਮ ਆ ਸਕਦਾ ਆ, ਲਿਖਣ ਦਾ ਕੰਮ ਆ ਸਕਦਾ ਆ, ਕੋਈ ਹੋਰ ਵੀ ਬਰੀਕੀ ਵਾਲਾ ਜਿਹੜਾ ਕੰਮ ਹੈਗਾ ਆ। ਸੋ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਫਿੰਗਰਸ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਜਦੋਂ ਵਰਤਦੇ ਹੋ ਕਿਸੇ ਕੰਮ ਲਈ, ਸੋ ਬੱਚੇ ਇਹਨਾਂ ਫਾਈਨ ਮੋਟਰ ਸਕਿੱਲਸ ਦੇ ਵਿੱਚ ਕਹਿ ਸਕਦੇ ਆ ਕਿ ਵਧੀਆ ਥੋੜੇ ਜਿਹੇ ਹੋ ਜਾਂਦੇ ਆ। ਹੁਣ ਉਹ ਆਪਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਹਨਾਂ ਨੂੰ ਕੀ ਕਰ ਸਕਦੇ ਆ, ਆਸਾਨੀ ਨਾਲ ਰਿਕੋਗਨਾਈਜ਼ ਕਰ ਸਕਦੇ ਆ। ਹੁਣ ਤੁਹਾਨੂੰ ਯਾਦ ਆ ਰਿਹਾ ਹੋਣਾ ਕਿ ਸਰ ਤੁਸੀਂ ਇਨਫੈਂਸੀ ਪੀਰੀਅਡ ਦੇ ਵਿੱਚ ਵੀ ਕਿਹਾ ਸੀਗਾ ਕਿ ਉਹ ਆਇਡੈਂਟੀਫਾਈ ਕਰਨਾ ਸਟਾਰਟ ਕਰ ਦਿੰਦੇ ਆ। ਸੋ ਬਿਲਕੁਲ ਉੱਥੇ ਉਹ ਕੀ ਕਰਦੇ ਆ, ਉਹ ਸਿੱਖਦੇ ਆ। ਮਤਲਬ ਇੱਥੇ ਮੈਂ ਗੱਲ ਕੀਤੀ ਸੀਗੀ ਕਿ ਇਨਫੈਂਸੀ ਪੀਰੀਅਡ ਦੇ ਵਿੱਚ ਉਹ ਆਪਦੇ ਫੈਮਿਲੀ ਮੈਂਬਰਸ ਨੂੰ ਰਿਕੋਗਨਾਈਜ਼ ਕਰਨਾ ਸਟਾਰਟ ਤਾਂ ਨਹੀਂ ਕਵਾਂਗੇ, ਬਟ ਉਹ ਸਿੱਖਣਾ ਸਟਾਰਟ ਕਰ ਦਿੰਦੇ ਆ, ਆਪਦੇ ਫੈਮਿਲੀ ਮੈਂਬਰਸ ਨੂੰ ਰਿਕੋਗਨਾਈਜ਼ ਕਰਨਾ ਸਿੱਖਣਾ ਸਟਾਰਟ ਕਰ ਦਿੰਦੇ ਆ। ਬਟ ਇਸ ਸਟੇਜ ਦੇ ਵਿੱਚ, ਕਿਹੜੀ ਸਟੇਜ ਦੇ ਵਿੱਚ, ਅਰਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ ਹੁਣ ਉਹ ਸਿੱਖ ਗਏ ਆ ਇਸ ਕੰਮ ਨੂੰ ਤੇ ਆਪਦੇ ਫੈਮਿਲੀ ਮੈਂਬਰਸ ਨੂੰ ਉਹ ਰਿਕੋਗਨਾਈਜ਼ ਆਸਾਨੀ ਨਾਲ ਕਰ ਸਕਦੇ ਆ ਐਂਡ ਆਰ ਐਕਟਿਵਲੀ ਇਨਵੋਲਵ ਇਨ देयर ਸਰਾਊਂਡਿੰਗਸ ਕਿ ਆਪਣੇ ਆਲੇ ਦੁਆਲੇ ਦਾ ਜਿਹੜਾ এনवायरमेंट ਹੁੰਦਾ ਆ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ। ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਅੱਗੇ ਵੇਖੋ ਤੁਸੀਂ ਲੇਟ ਚਾਈਲਡਹੁੱਡ ਪੀਰੀਅਡ, ਪਿਛਲੀ ਬਾਲ ਅਵਸਥਾ ਕਹਿ ਦਿੰਨੇ ਆ, 6 ਤੋਂ ਲੈ ਕੇ 12 ਸਾਲ ਤੱਕ ਦੇ ਏਜ ਦੇ ਵਿੱਚ ਇਹ ਅਵਸਥਾ ਵੇਖਣ ਨੂੰ ਮਿਲਦੀ ਹੈ। ਐਂਡ ਇਸ ਸਟੇਜ ਦੇ ਵਿੱਚ ਬੱਚਿਆਂ ਦੇ ਵਿੱਚ ਕਿਹੜੇ ਗੁਣ, ਕਿਹੜੀਆਂ ਵਿਸ਼ੇਸ਼ਤਾਵਾਂ, ਕਿਹੜੇ ਕਰੈਕਟਰਿਸਟਿਕਸ ਵੇਖਣ ਨੂੰ ਮਿਲਦੇ ਆ, ਇਹਦੀ ਵੀ ਆਪਾਂ ਗੱਲ ਕਰ ਲੈਂਦੇ ਆ ਕਿ ਇਨ ਲੇਟ ਚਾਈਲਡਹੁੱਡ ਪੀਰੀਅਡ, ਇਹਨੂੰ ਲੇਟ ਚਾਈਲਡਹੁੱਡ ਪੀਰੀਅਡ ਕਹਿੰਦੇ ਆ। ਤੇ ਜਿਹੜੇ ਇਹਨਾਂ ਨੇ ਸਕਿੱਲ ਸਿੱਖੇ ਸੀਗੇ, ਕਦੋਂ ਸਿੱਖੇ ਸੀਗੇ, ਮੁੱਢਲੀ ਬਾਲ ਅਵਸਥਾ ਦੇ ਵਿੱਚ, ਅਰਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੱਚੇ ਇੱਥੇ ਗੱਲਬਾਤ ਕਰਨਾ ਸਿੱਖ ਜਾਂਦੇ ਆ, ਵਧੇਰੇ ਸੁਤੰਤਰ ਹੋ ਜਾਂਦੇ ਨੇ ਜੀ, ਬੈਠਣਾ, ਤੁਰਨਾ, ਟਾਇਲਟ ਟ੍ਰੇਨਿੰਗ, ਭਾਂਡਿਆਂ ਦੀ ਵਰਤੋਂ ਕਰਨਾ, ਲਿਖਣਾ, ਹੈਂਡ ਆਈ ਕੋਆਰਡੀਨੇਸ਼ਨ, ਸਮੱਸਿਆਵਾਂ ਦਾ ਹੱਲ ਕੱਢਣਾ, ਫਾਈਨ ਮੋਟਰ ਸਕਿੱਲ, ਇਹਨਾਂ ਸਾਰੀਆਂ ਦੇ ਵਿੱਚ ਕੀ ਹੋ ਜਾਂਦੇ ਨੇ ਜੀ, ਹੋਰ ਵਧੀਆ ਹੋ ਜਾਂਦੇ ਨੇ ਪਿਛਲੀ ਬਾਲ ਅਵਸਥਾ ਭਾਵ ਲੇਟ ਚਾਈਲਡਹੁੱਡ ਪੀਰੀਅਡ ਦੇ ਵਿੱਚ। ਐਂਡ ਇਸ ਅਵਸਥਾ ਦੇ ਵਿੱਚ ਬੱਚਿਆਂ ਦੀ ਜਿਹੜੀ ਫਿਜ਼ੀਕਲ ਗਰੋਥ ਹੈਗੀ ਆ ਜੀ ਉਹ ਹੁੰਦੀ ਰਹਿੰਦੀ ਹੈ, ਜਿਵੇਂ ਕਿ ਉਹਨਾਂ ਦੀ ਜਿਹੜੀ ਹਾਈਟ ਹੈਗੀ ਆ ਉਹ ਵੱਧਦੀ ਰਹਿਣੀ ਆ। ਫਿਜ਼ੀਕਲ ਕਨਸੈਪਟ ਨੇ ਮਾਸ, ਨੰਬਰ ਤੇ ਏਰੀਆ ਦੇ, ਕਈ ਵਾਰ ਇਹ ਵੀ ਟੌਪਿਕ ਤੋਂ ਪ੍ਰਸ਼ਨ ਪੁੱਛ ਲੈਂਦੇ ਹੁੰਦੇ ਆ ਕਿ ਉਹਨਾਂ ਦੇ ਵਿੱਚ ਜਿਹੜੇ ਮਾਸ, ਨੰਬਰ ਤੇ ਏਰੀਆ ਦੇ ਜਿਹੜੇ ਕਨਸੈਪਟ ਹੁੰਦੇ ਨੇ ਇਹਨਾਂ ਦੇ ਵਿੱਚ ਉਹਨਾਂ ਦੀ ਪਕੜ ਜਾਂ ਫਿਰ ਕਹਿ ਸਕਦੇ ਆ ਸਿੱਖਣਾ ਸਟਾਰਟ ਕਰ ਦਿੰਦੇ ਆ। ਐਂਡ ਸਿਗਮੰਡ ਫਰਾਇਡ ਦੀ ਵੀ ਇੱਕ ਸਾਈਕੋ ਐਨਾਲਿਟਿਕ ਥਿਊਰੀ ਹੈਗੀ ਆ। ਉਸ ਥਿਊਰੀ ਦੇ ਵਿੱਚ ਉਹਨਾਂ ਨੇ ਇਸ ਸਟੇਜ ਨੂੰ ਕੀ ਕਿਹਾ ਆ ਜੀ,
ਲੈਟੈਂਸੀ ਸਟੇਜ ਕਿਹਾ ਹੋਇਆ। ਇੰਨੀ ਗੱਲ ਯਾਦ ਰੱਖ ਲਿਓ। ਸਿਗਮੰਡ ਫਰਾਇਡ ਦੀ ਇੱਕ ਥਿਊਰੀ ਹੈਗੀ ਆ। ਕਿਹੜੀ ਥਿਊਰੀ ਹੈਗੀ ਆ? ਸਾਈਕੋ ਐਨਾਲਿਟਿਕ ਥਿਊਰੀ। ਐਂਡ ਤੁਹਾਨੂੰ ਇੱਕ ਪ੍ਰਸ਼ਨ ਵੀ ਵੇਖਣ ਨੂੰ ਮਿਲ ਸਕਦਾ ਆ ਕਿ ਸਿਗਮੰਡ ਫਰਾਇਡ ਦੀ ਕਿਹੜੀ ਥਿਊਰੀ ਹੈ। ਆਪਸ਼ਨਾਂ ਦੇ ਵਿੱਚ ਉੱਥੇ 4 ਅਲੱਗ-ਅਲੱਗ ਆਪਸ਼ਨਾਂ ਦਿੱਤੀਆਂ ਹੋਣਗੀਆਂ, ਸੋ ਇਹ ਟਿਕ ਲਗਾ ਸਕਦੇ ਹੋ ਕਿ ਸਿਗਮੰਡ ਫਰਾਇਡ ਦੀ ਸਾਈਕੋ ਐਨਾਲਿਟਿਕ ਥਿਊਰੀ ਵੀ ਹੈਗੀ ਆ। ਇਨ ਫਿਊਚਰ ਆਪਾਂ ਇਸ ਥਿਊਰੀ ਨੂੰ ਡਿਟੇਲ ਵਿੱਚ ਵੀ ਸਮਝਾਂਗੇ, ਬਟ ਇੱਥੇ ਇੰਨੀ ਗੱਲ ਯਾਦ ਕਰ ਲਿਓ ਕਿ ਲੇਟ ਚਾਈਲਡਹੁੱਡ ਪੀਰੀਅਡ ਨੂੰ ਸਿਗਮੰਡ ਫਰਾਇਡ ਦੁਆਰਾ ਸਾਈਕੋ ਐਨਾਲਿਟਿਕ ਥਿਊਰੀ ਦੇ ਵਿੱਚ ਇਸ ਸਟੇਜ ਨੂੰ ਲੈਟੈਂਸੀ ਸਟੇਜ ਕਿਹਾ ਗਿਆ ਆ, ਜਿੱਥੇ ਬੱਚਾ ਜਿਹੜਾ ਹੋਊਗਾ ਆਪਦੇ ਸੈਕਸ਼ੂਅਲ ਅਤੇ ਐਗਰੈਸਿਵ ਅਰਜਸ ਨੂੰ ਕੀ ਕਰੇਗਾ? ਰਿਪਰੈਸ, ਦਬਾਏਗਾ। ਇੱਥੇ ਇਹ ਗੱਲ ਕੀਤੀ ਗਈ ਹੈ। ਇਸ ਤੋਂ ਬਾਅਦ ਵੇਖੋ, ਚਿਲਡਰਨ ਲਰਨ ਦ ਵੈਲਿਊ ਆਫ ਦੇਅਰ ਸੁਸਾਇਟੀਜ਼ ਐਂਡ ਇੰਟੀਗ੍ਰੇਟ ਵਿਦਿਨ ਦੇਅਰ ਸੋਸ਼ਲ ਕੰਟੈਕਟਸ। ਭਾਵ ਬੱਚੇ ਆਪਣੇ ਸਮਾਜਾਂ ਦੀਆਂ ਕਦਰਾਂ ਕੀਮਤਾਂ ਨੂੰ ਸਿੱਖਦੇ ਹਨ ਅਤੇ ਉਹਨਾਂ ਦੇ ਸਮਾਜਿਕ ਸੰਦਰਭ ਵਿੱਚ ਏਕੀਕ੍ਰਿਤ ਹੁੰਦੇ ਹਨ। ਇਸ ਸਟੇਜ ਦੇ ਵਿੱਚ ਲੇਟ ਚਾਈਲਡਹੁੱਡ ਪੀਰੀਅਡ ਦੀ ਆਪਾਂ ਗੱਲ ਕਰਨੀ ਆ ਕਿ ਸੁਸਾਇਟੀ ਦੇ ਵਿੱਚ ਜੋ ਵੀ ਮੋਰਲ ਵੈਲਿਊਜ਼ ਨੇ ਉਹਨਾਂ ਚੀਜ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰੇਗਾ, ਉੱਥੇ ਇੱਕ ਹੋਣ ਦੀ ਕੋਸ਼ਿਸ਼ ਕਰੇਗਾ, ਸੁਸਾਇਟੀ ਦੇ ਵਿੱਚ ਇਨਵੋਲਵ ਹੋਣ ਦੀ ਕੋਸ਼ਿਸ਼ ਕਰੇਗਾ। ਸੋ ਇਹ ਵਿਸ਼ੇਸ਼ਤਾ ਵੀ ਤੁਹਾਨੂੰ ਇਸ ਪੀਰੀਅਡ ਵਿੱਚ, ਇਸ ਏਜ ਵਿੱਚ ਵੇਖਣ ਨੂੰ ਮਿਲਦੀ ਹੈ। ਤੇ ਇੱਕ ਹੋਰ ਪੁਆਇੰਟ ਇੱਥੇ ਕਿਹਾ ਗਿਆ ਆ ਕਿ ਦੇ ਅਕਵਾਇਰ ਸੋਸ਼ਲ ਸਕਿੱਲਸ ਥਰੂ ਪੀਰ ਐਂਡ ਫੈਮਿਲੀ ਰਿਲੇਸ਼ਨਸ਼ਿਪ। ਪੀਰ ਆਪਾਂ ਨਾਲ ਦੇ ਦੋਸਤਾਂ ਨੂੰ ਕਹਿ ਦਿੰਦੇ ਆ ਕਿ ਇਸ ਸਟੇਜ ਦੇ ਵਿੱਚ ਜਿਹੜੇ ਬੱਚੇ ਹੋਣਗੇ ਉਹ ਕੁਝ ਸਕਿੱਲ ਅਕਵਾਇਰ ਕਰਨਗੇ। ਕਿਹੜੀਆਂ ਸਕਿੱਲ ਜੀ? ਸੋਸ਼ਲ ਸਕਿੱਲਸ। ਜਿੱਥੇ ਆਪਾਂ ਦੋਸਤ ਬਣਾਉਣੇ ਆ, ਦੋਸਤਾਂ ਦੇ ਨਾਲ ਕਹਿ ਲਓ ਕਿ ਆਪਣੇ ਜਿਹੜੇ ਫੈਮਿਲੀ ਦੇ ਨਾਲ ਜਿਹੜੇ ਸੰਬੰਧ ਹੁੰਦੇ ਨੇ, ਐਂਡ ਇਹ ਸਾਰੀਆਂ ਚੀਜ਼ਾਂ ਆਪਣੇ ਭਵਿੱਖ ਵਿੱਚ ਕੰਮ ਆਉਂਦੀਆਂ ਨੇ। ਆਪਣੇ ਭਵਿੱਖ ਵਿੱਚ ਜਾਂ ਫਿਰ ਬੱਚਿਆਂ ਦੇ ਭਵਿੱਖ ਵਿੱਚ ਜਿਹੜੇ ਉਹਨੇ ਉਸ ਟਾਈਮ ਦੇ ਵਿੱਚ ਰਿਲੇਸ਼ਨ ਬਣਾਏ ਹੋਣਗੇ ਉਹ ਫਿਊਚਰ ਵਿੱਚ ਕੰਮ ਆਉਣਗੇ। ਐਂਡ ਇਸ ਸਟੇਜ ਦੇ ਵਿੱਚ ਕਲੋਜ਼ ਫਰੈਂਡਸ਼ਿਪ ਦਾ ਵਿਕਾਸ ਕਰਨਾ ਕਹਿ ਦਿੰਦੇ ਆ ਕਿ ਬਹੁਤ ਜ਼ਿਆਦਾ ਜ਼ਰੂਰੀ ਵੀ ਬਣ ਜਾਂਦਾ ਆ। ਇਸ ਤੋਂ ਬਾਅਦ ਆਪਾਂ ਥਰਡ ਸਟੇਜ ਤੇ ਆ ਜਾਂਦੇ ਆ, ਜਿਹਨੂੰ ਤੁਸੀਂ ਕਿਸ਼ੋਰ ਅਵਸਥਾ ਕਹਿੰਦੇ ਹੋ। ਕਿਸ਼ੋਰ ਅਵਸਥਾ ਤੁਹਾਨੂੰ 13 ਸਾਲ ਦੀ ਉਮਰ ਤੋਂ ਲੈ ਕੇ ਲਗਭਗ 18 ਸਾਲ ਜਾਂ ਫਿਰ 17 ਸਾਲ ਵੀ ਤੁਸੀਂ ਮੰਨ ਸਕਦੇ ਹੋ। 13 ਸਾਲ ਤੋਂ ਲੈ ਕੇ 17 ਸਾਲ ਤੱਕ ਦੀ ਉਮਰ ਵਿੱਚ ਤੁਹਾਨੂੰ ਐਡੋਲਸੈਂਸ ਪੀਰੀਅਡ ਵੇਖਣ ਨੂੰ ਮਿਲਦੀ ਹੈ। ਕਿਸ਼ੋਰ ਅਵਸਥਾ ਕਹਿ ਸਕਦੇ ਹੋ। ਐਡੋਲਸੈਂਸ ਪੀਰੀਅਡ ਦੇ ਵਿੱਚ ਇਹ ਕੁਝ ਇਸ ਤਰ੍ਹਾਂ ਦਾ ਪੀਰੀਅਡ ਹੈ ਜਿੱਥੇ ਡਿਵੈਲਪਮੈਂਟ ਹੁੰਦੀ ਹੈ। ਐਡੋਲਸੈਂਸ ਨੂੰ ਆਪਾਂ ਪੀਰੀਅਡ ਆਫ ਡਿਵੈਲਪਮੈਂਟ ਐਂਡ ਐਡਜਸਟਮੈਂਟ ਬਿਟਵੀਨ ਚਾਈਲਡਹੁੱਡ ਐਂਡ ਅਡਲਟਹੁੱਡ, ਕਿ ਚਾਈਲਡਹੁੱਡ ਤੇ ਅਡਲਟਹੁੱਡ ਦੇ ਵਿੱਚ ਡਿਵੈਲਪਮੈਂਟ ਐਂਡ ਐਡਜਸਟਮੈਂਟ ਹੁੰਦੀ ਆ। ਇਹਨਾਂ ਦੇ ਅਕੋਰਡਿੰਗ ਬੱਚੇ ਇਸ ਸਟੇਜ ਦੇ ਵਿੱਚ ਰੀਜ਼ਨ ਕਰਨਾ, ਸੋਚਣਾ ਸਟਾਰਟ ਕਰਦੇ ਨੇ। ਐਂਡ ਇਸ ਸਟੇਜ ਦੇ ਵਿੱਚ ਹੀ ਬੱਚਿਆਂ ਦੀ ਆਈਡੈਂਟੀਟੀ ਫਾਰਮੇਸ਼ਨ ਵੀ ਹੁੰਦੀ ਹੈ। ਕਿਸ਼ੋਰ ਅਵਸਥਾ ਦਾ ਮੁੱਖ ਵਿਕਾਸ ਕਾਰਜ ਪਛਾਣ ਬਣਾਉਣਾ ਹੈ। ਕੋਗਨੀਟਿਵ ਡਿਵੈਲਪਮੈਂਟ ਵੀ ਬੱਚਿਆਂ ਦੀ ਇਸ ਸਟੇਜ ਵਿੱਚ ਹੀ ਵੇਖਣ ਨੂੰ ਮਿਲਦੀ ਹੈ, ਲੀਡਿੰਗ ਟੂ ਚੇਂਜਸ ਇਨ ਦ ਵੇ ਇੰਡੀਵਿਜੂਅਲ ਥਿੰਕਸ ਐਂਡ ਰੀਜ਼ਨ ਅਬਾਊਟ ਪ੍ਰੋਬਲਮਸ ਐਂਡ ਆਈਡੀਆਜ਼। ਕਿ ਇਸ ਪੜਾਅ ਦੇ ਦੌਰਾਨ ਬੋਧਾਤਮਕ ਵਿਕਾਸ ਵੀ ਹੁੰਦਾ ਆ। ਕਹਿ ਸਕਦੇ ਹਾਂ ਕਿ ਇੰਟੈਲੈਕਚੁਅਲ ਡਿਵੈਲਪਮੈਂਟ ਵੀ ਇਸ ਸਟੇਜ ਵਿੱਚ ਹੀ ਵੇਖਣ ਨੂੰ ਮਿਲਦੀ ਹੈ, ਜਿਸ ਨਾਲ ਵਿਅਕਤੀਆਂ ਦੇ ਸੋਚਣ ਅਤੇ ਸਮੱਸਿਆਵਾਂ ਅਤੇ ਵਿਚਾਰਾਂ ਬਾਰੇ ਤਰਕ ਕਰਨ ਦੇ ਤਰੀਕੇ ਵਿੱਚ ਤਬਦੀਲੀਆਂ ਆਉਂਦੀਆਂ ਹਨ। ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਐਡੋਲਸੈਂਸ ਪੀਰੀਅਡ ਦੀ ਗੱਲ ਆਪਾਂ ਕਰ ਚੁੱਕੇ ਹਾਂ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਡਲਟਹੁੱਡ ਪੀਰੀਅਡ ਦੀ। ਬਾਲਗਤਾ, ਜਵਾਨੀ ਅਵਸਥਾ ਵੀ ਕਹਿ ਦਿੰਦੇ ਹੋ। ਅਡਲਟਹੁੱਡ ਨੂੰ ਫਰਦਰ ਆਪਾਂ ਕਾਫੀ ਸਾਰੇ ਕਹਿ ਸਕਦੇ ਹਾਂ ਕਿ ਕੈਟੇਗਰੀਜ਼ ਵਿੱਚ ਵੰਡ ਦਿੰਦੇ ਆ ਕਿ ਅਡਲਟਹੁੱਡ ਕੈਨ ਬੀ ਡਿਵਾਈਡਡ ਇਨਟੂ ਸੈਵਰਲ ਸਟੇजेस, ਕਿ ਬਾਲਗਤਾ ਨੂੰ ਕਈ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਆ। ਪਹਿਲੀ ਜਿਵੇਂ ਕਿ ਸਟੇਜ ਦੱਸੀ ਇਹਨਾਂ ਨੇ ਅਰਲੀ ਅਡਲਟਹੁੱਡ ਪੀਰੀਅਡ 18 ਤੋਂ ਲੈ ਕੇ ਕਹਿ ਸਕਦੇ ਹਾਂ ਕਿ 20 ਤੋਂ 25 ਸਾਲ ਤੱਕ ਦੀ ਉਮਰ ਦੇ ਵਿੱਚ ਮੁੱਢਲੀ ਬਾਲਗਤਾ ਕਹਿ ਦਿੰਦੇ ਆ। ਫਿਰ ਦੂਸਰੇ ਨੰਬਰ ਤੇ ਆ ਗਿਆ ਜੀ ਯੰਗ ਅਡਲਟਹੁੱਡ, 25 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਜਵਾਨ ਬਾਲਗਤਾ ਕਹਿ ਦਿੰਦੇ ਆ। ਅੱਗੇ ਆ ਗਿਆ ਜੀ ਮੈਚਿਓਰ ਅਡਲਟਹੁੱਡ, 40 ਤੋਂ ਲੈ ਕੇ 65 ਸਾਲ ਤੱਕ ਪਰਿਪੱਕ ਬਾਲਗਤਾ। ਤੇ ਲਾਸਟ ਤੇ ਆ ਗਿਆ ਜੀ ਏਜਿੰਗ ਅਡਲਟਹੁੱਡ, ਬੁਢਾਪਾ ਬਾਲਗਤਾ 65 ਪਲੱਸ ਤੱਕ ਦੀ ਉਮਰ ਵਿੱਚ ਇਹ ਗੱਲ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਅਡਲਟਹੁੱਡ ਇੰਨਾ ਇੰਪੋਰਟੈਂਟ ਨਹੀਂ ਆ। ਬਾਕੀ ਜਿਹੜੇ ਸਾਥੀ ਪੜ੍ਹਨਾ ਚਾਹੁੰਦੇ ਨੇ ਵੀਡੀਓ ਪੌਜ਼ ਕਰਨ ਤੋਂ ਬਾਅਦ ਮੈਂ ਇੱਥੇ ਸਕਰੋਲ ਕਰ ਦਿੱਤਾ ਆ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹ ਸਕਦੇ ਹੋ। ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ। ਐਂਡ ਮੇਰੇ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬੀ ਅਤੇ ਅੰਗਰੇਜ਼ੀ ਵਿੱਚ CDP ਬਾਲ ਵਿਕਾਸ ਨੂੰ ਵਧੀਆ ਤਰੀਕੇ ਨਾਲ ਡਿਸਕਸ ਕਰਾਂ, ਤੁਹਾਨੂੰ ਐਕਸਪਲੇਨ ਕਰਾਂ, ਤਾਂ ਕਿ ਤੁਹਾਨੂੰ ਪੇਪਰਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਤੁਹਾਡੇ ਚੰਗੇ ਨੰਬਰਾਂ ਨਾਲ ਆਪਦਾ ਜਿਹੜਾ ਪੇਪਰ ਹੈਗਾ ਜੀ ਤੁਸੀਂ ਵਧੀਆ ਤਰੀਕੇ ਨਾਲ ਕਲੀਅਰ ਕਰੋ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਆਪਦੇ ਦੋਸਤਾਂ ਨਾਲ ਸ਼ੇਅਰ ਕਰਿਓ। ਆਪਣਾ ਟੈਲੀਗ੍ਰਾਮ ਚੈਨਲ ਵੀ ਜ਼ਰੂਰ ਜੁਆਇਨ ਕਰਿਓ,
ਕਿਉਂਕਿ ਇਨ ਫਿਊਚਰ ਜਿਹੜਾ ਵੀ ਸਟੱਡੀ ਮਟੀਰੀਅਲ ਵੀਡੀਓਜ਼ ਦੇ ਲਿੰਕ ਜਾਂ ਫਿਰ ਕੋਈ ਵੀ PDF ਜੇਕਰ ਸ਼ੇਅਰ ਕਰਨੀ ਹੋਈ ਤੇ ਮੈਂ ਉਸ ਟੈਲੀਗ੍ਰਾਮ ਚੈਨਲ ਤੇ ਹੀ ਸ਼ੇਅਰ ਕਰੂੰਗਾ। ਆਪਣੇ ਉਸ ਟੈਲੀਗ੍ਰਾਮ ਚੈਨਲ ਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਕਿਉਂਕਿ ਕਈ ਵਾਰ YouTube ਵੱਲੋਂ ਵੀ ਨੋਟੀਫਿਕੇਸ਼ਨ ਨਹੀਂ ਭੇਜਿਆ ਜਾਂਦਾ ਐਂਡ ਮੈਂ YouTube ਤੇ ਕੋਈ PDF ਵੀ ਸ਼ੇਅਰ ਨਹੀਂ ਕਰ ਸਕਦਾ। ਸੋ PDF ਸ਼ੇਅਰ ਕਰਨ ਲਈ ਆਪਣਾ ਟੈਲੀਗ੍ਰਾਮ ਚੈਨਲ ਜਰੂਰ ਜੁਆਇਨ ਕਰ ਲਿਓ। ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।